ਗੁੱਡ ਮਾਰਨਿੰਗ ਬੱਚੋ। ਮੈਂ ਤੁਹਾਡਾ ਸੰਜੇ ਸਰ ਪੰਜਾਬੀ ਵਿਸ਼ੇ ਦਾ ਅਧਿਆਪਕ। ਅੱਜ ਅਸੀਂ ਕक्षा 7ਵੀਂ ਦੇ ਪਾਠ 10 ਨੂੰ ਪੜ੍ਹਾਂਗੇ, ਜਿਸ ਦਾ ਨਾਂ ਹੈ ਬਾਬਾ ਸ਼ੇਖ ਫਰੀਦ। ਅਸੀਂ ਅੱਜ ਸ਼ੇਖ ਫਰੀਦ ਬਾਰੇ ਪੜ੍ਹਾਂਗੇ ਅਤੇ ਸਾਰੇ ਬੱਚੇ ਧਿਆਨ ਨਾਲ ਇਸ ਪਾਠ ਨੂੰ ਪੜ੍ਹੋ, ਸਮਝੋ ਅਤੇ ਇਹਦੇ ਪ੍ਰਸ਼ਨ ਉੱਤਰ ਆਪਣੀ ਪੰਜਾਬੀ ਦੀ ਨੋਟਬੁੱਕ ਵਿੱਚ ਸਾਫ਼ ਹੈਂਡ ਰਾਈਟਿੰਗ ਦੇ ਵਿੱਚ ਲਿਖਣਗੇ। ਅਤੇ ਚਲੋ ਅੱਜ ਅਸੀਂ ਪੜ੍ਹੀਏ ਪਾਠ 10 ਬਾਬਾ ਸ਼ੇਖ ਫਰੀਦ। ਪਾਠ 10 ਬਾਬਾ ਸ਼ੇਖ ਫਰੀਦ। ਭਾਰਤ ਦੇਸ਼ ਦੇ ਮਹਾਨ ਸੰਤਾਂ ਸੂਫੀਆਂ ਵਿੱਚੋਂ ਬਾਬਾ ਸ਼ੇਖ ਫਰੀਦ ਦਾ ਨਾਂ ਬਹੁਤ ਹੀ ਸਤਿਕਾਰ ਅਤੇ ਅਦਬ ਨਾਲ ਲਿਆ ਜਾਂਦਾ ਹੈ। ਕਹਿਣ ਦਾ ਕੀ ਭਾਵ ਹੈ ਕਿ ਬਾਬਾ ਸ਼ੇਖ ਫਰੀਦ ਦਾ ਨਾਂ ਭਾਰਤ ਦੇਸ਼ ਵਿੱਚ ਸਾਰੇ ਸੰਤਾਂ ਤੋਂ ਵੱਧ ਲਿਆ ਜਾਂਦਾ ਹੈ ਅਤੇ ਇਹ ਇੱਕ ਮਹਾਨ ਸੰਤ, ਇੱਕ ਸੂਫੀ ਸੰਤ ਹੋਏ ਹਨ। ਉਹ ਸੂਫੀਆਂ ਦੀ ਚਿਸ਼ਤੀ ਧਾਰਾ ਦੇ ਪ੍ਰਸਿੱਧ ਆਗੂ ਅਤੇ ਮਹਾਨ ਕਵੀ ਹੋਏ ਹਨ। ਪੰਜਾਬੀ ਸਾਹਿਤ ਵਿੱਚ ਉਹਨਾਂ ਦਾ ਸਥਾਨ ਬਹੁਤ ਉੱਚਾ ਹੈ। ਉਹਨਾਂ ਨੂੰ ਪੰਜਾਬੀ ਸੂਫੀ ਕਾਵਿ ਧਾਰਾ ਦੇ ਪਿਤਾਮਹ ਵੀ ਕਿਹਾ ਜਾਂਦਾ ਹੈ। ਸ਼ੇਖ ਫਰੀਦ ਦਾ ਜਨਮ 569 ਹਿਜਰੀ ਯਾਨੀ ਕਿ 1173 ਈਸਵੀ ਵਿੱਚ ਖੋਤਵਾਲ ਜ਼ਿਲ੍ਹੇ ਮੁਲਤਾਨ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਸ਼ੇਖ ਜਮਾਲੁਦੀਨ ਸੁਲੇਮਾਨ ਅਤੇ ਮਾਤਾ ਦਾ ਨਾਂ ਮਰੀਮ ਕਰਸੂਮ ਬੀਬੀ ਸੀ। ਇਹਨਾਂ ਦੇ ਪਿਤਾ ਜੀ ਦਾ ਨਾਂ ਜਮਾਲੁਦੀਨ ਸੁਲੇਮਾਨ ਅਤੇ ਮਾਂ ਦਾ ਨਾਂ ਮਰੀਮ ਸੀ। ਇਹਨਾਂ ਦਾ ਜਨਮ 1173 ਈਸਵੀ ਵਿੱਚ ਖੋਤਵਾਲ ਜ਼ਿਲ੍ਹਾ ਮੁਲਤਾਨ ਵਿੱਚ ਹੋਇਆ ਸੀ, ਜੋ ਕਿ ਹੁਣ ਪਾਕਿਸਤਾਨ ਦੇ ਵਿੱਚ ਪੈਂਦਾ ਹੈ। ਬਾਬਾ ਸ਼ੇਖ ਫਰੀਦ ਬਾਲ ਅਵਸਥਾ ਵਿੱਚ ਹੀ ਸਨ। ਉਹਨਾਂ ਦੇ ਪਿਤਾ ਪਰਲੋਕ ਸਿਧਾਰ ਗਏ। ਯਾਨੀ ਕਿ ਕਹਿਣ ਦਾ ਕੀ ਭਾਵ ਹੈ ਵੀ ਜਦੋਂ ਬਾਬਾ ਸ਼ੇਖ ਫਰੀਦ ਬੱਚੇ ਸਨ, ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ, ਉਹ ਅਕਾਲ ਚਲਾਣਾ ਕਰ ਜਾਂਦੇ ਹਨ। ਉਹਨਾਂ ਦੀ ਮਾਤਾ ਜੀ ਬੜੀ ਪਾਕਬਾਜ਼ ਸੁਆਣੀ ਸੀ। ਮਤਲਬ ਕਿ ਉੱਚੇ ਖਿਆਲਾਂ ਵਾਲੀ, ਧਾਰਮਿਕ ਵਿਚਾਰਾਂ ਵਾਲੀ ਸਨ। ਉਹ ਸੰਤ ਸੁਭਾਅ ਅਤੇ ਧਾਰਮਿਕ ਵਿਚਾਰਾਂ ਵਾਲੀ ਔਰਤ ਸੀ। ਉਸਨੇ ਬਾਲਕ ਫਰੀਦ ਨੂੰ ਧਰਮ ਦੇ ਸਿਧਾਂਤਾਂ ਅਤੇ ਇਸਲਾਮ ਦੀ ਪੱਕੀ ਰਹੁ ਰੀਤੀ ਵਿੱਚ ਵਿਚਰਨ ਦੀ ਸਿੱਖਿਆ ਦਿੱਤੀ। ਕਿਹਾ ਜਾਂਦਾ ਹੈ ਕਿ 8 ਵਰ੍ਹਿਆਂ ਦੀ ਉਮਰ ਵਿੱਚ ਹੀ ਫਰੀਦ ਨੇ ਸਾਰਾ ਕੁਰਾਨ ਸ਼ਰੀਫ ਜ਼ੁਬਾਨੀ ਯਾਦ ਕਰ ਲਿਆ ਸੀ। ਧਾਰਮਿਕ ਵਾਤਾਵਰਣ ਦੀ ਪਿੱਠ ਭੂਮੀ ਅਤੇ ਤੀਖਣ ਬੁੱਧੀ ਸਦਕਾ ਹੀ ਉਹ ਮਹਾਨ ਸੂਫੀ ਦਰਵੇਸ਼ ਦੇ ਰੂਪ ਵਿੱਚ ਸਾਹਮਣੇ ਆਏ। ਆਪ ਦਾ ਬਚਪਨ ਦਾ ਨਾਂ ਮਸੂਦ ਸੀ। ਆਪ ਜੀ ਦੇ ਗੁਰੂ ਖਵਾਜਾ ਕੁਤਬਦੀਨ ਬਖਤਿਆਰ ਕਾਕੀ ਸੀ। ਯਾਨੀ ਕਿ ਆਪ ਜੀ ਦੇ ਗੁਰੂ ਦਾ ਨਾਂ ਕੁਤਬਦੀਨ ਬਖਤਿਆਰ ਕਾਕੀ ਚਿਸ਼ਤੀ ਸਨ। ਆਪ ਜੀ ਦੀ ਬਾਣੀ ਅਤੇ ਬਚਨਾਂ ਦੀ ਮਿਠਾਸ ਕਾਰਨ ਖਵਾਜਾ ਸਾਹਿਬ ਨੇ ਫਰਮਾਇਆ ਸੀ, ਫਰੀਦ ਤੂੰ ਸ਼ੱਕਰ ਵਰਗਾ ਮਿੱਠਾ ਹੋਵੇਗਾ, ਜਿਸ ਕਰਕੇ ਆਪ ਨੂੰ ਸ਼ੱਕਰਗੰਜ ਦੀ ਉਪਾਧੀ ਪ੍ਰਾਪਤ ਹੋਈ। ਖਵਾਜਾ ਸਾਹਿਬ ਕੋਲੋਂ ਹੀ ਆਪ ਜੀ
ਨੇ ਅਧਿਆਪਕ ਯਾਨੀ ਕਿ ਅਧਿਆਤਮਕ ਦੀ ਸੰਪੂਰਨ ਸਿੱਖਿਆ ਗ੍ਰਹਿਣ ਕੀਤੀ। ਕੁਝ ਸਤਿਕਾਰ ਆਪ ਜੀ ਦੀ ਤੁਲਨਾ ਅੰਗਰੇਜ਼ੀ ਦੇ ਮੁੱਢਲੇ ਕਵੀ ਚਾਸਰ ਨਾਲ ਕਰਦੇ ਹਨ। ਬਾਬਾ ਸ਼ੇਖ ਫਰੀਦ 112 ਸ਼ਲੋਕ, 4 ਸ਼ਬਦ, 2 ਸ਼ਬਦ ਰਾਗ ਆਸਾ ਵਿੱਚ ਅਤੇ 2 ਸ਼ਬਦ ਰਾਗ ਸੂਹੀ ਲਲਿਤ ਵਿੱਚ ਹਨ। ਉਹਨਾਂ ਦੀ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਯਾਨੀ ਕਿ ਬਾਬਾ ਸ਼ੇਖ ਫਰੀਦ ਦੇ 112 ਸ਼ਲੋਕ, 4 ਸ਼ਬਦ, 2 ਸ਼ਬਦ ਰਾਗ ਆਸਾ ਵਿੱਚ ਅਤੇ 2 ਸ਼ਬਦ ਰਾਗ ਸੂਹੀ ਲਲਿਤ ਵਿੱਚ ਹਨ। ਉਹਨਾਂ ਦੀ ਇਹ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਹਰਿਆਣਾ ਦੇ ਹਾਂਸੀ ਕਸਬੇ ਵਿੱਚ ਬਾਬਾ ਸ਼ੇਖ ਫਰੀਦ ਜੀ ਨੇ ਕਰੀਬ 12 ਸਾਲ ਬਿਤਾਏ। ਕਰੀਬ 12 ਸਾਲ ਯਾਨੀ ਕਿ ਬਾਬਾ ਸ਼ੇਖ ਫਰੀਦ 12 ਸਾਲ ਤੱਕ ਹਰਿਆਣੇ ਦੇ ਵਿੱਚ ਰਹੇ। ਹਾਂਸੀ ਵਿੱਚ ਦਰਗਾਹ ਚਾਰ ਕੁਤਬ ਵਿੱਚ ਉਹ ਤਖਤ ਅਜੇ ਵੀ ਸ਼ੋਭਾਇਮਾਨ ਹੈ। ਯਾਨੀ ਕਿ ਹਾਂਸੀ ਦੇ ਵਿੱਚ ਉਹਦਾ ਜਿਹੜਾ ਤਖਤ ਹੈ ਉਹ ਅਜੇ ਵੀ ਸ਼ੋਭਾਇਮਾਨ ਹੈ, ਉਸੇ ਤਰ੍ਹਾਂ ਹੀ ਸਥਾਪਿਤ ਹੈ, ਜਿਸ 'ਤੇ ਬੈਠ ਕੇ ਬਾਬਾ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ। ਇਹ ਵੀ ਕਿਆਸ ਲਗਾਇਆ ਜਾਂਦਾ ਹੈ ਕਿ ਬਾਬਾ ਜੀ ਨੇ ਜਵਾਨੀ ਉਮਰੇ ਇੱਥੇ ਰਹਿ ਕੇ ਕੁਝ ਬਾਣੀ ਦੀ ਰਚਨਾ ਕੀਤੀ ਹੈ। ਬਾਬਾ ਜੀ ਦੀ ਬਾਣੀ ਦੀ ਭਾਸ਼ਾ ਅਤਿ ਸਪਸ਼ਟ ਹੈ। ਉਹਨਾਂ ਦੀ ਬਾਣੀ ਲਹਿੰਦੀ ਭਾਸ਼ਾ ਅਤੇ ਅਰਬੀ ਫਾਰਸੀ ਭਾਸ਼ਾ ਦੇ ਪ੍ਰਚਲਿਤ ਸ਼ਬਦਾਂ ਨਾਲ ਸਿੰਗਾਰੀ ਹੋਈ ਹੈ। ਉਹ ਮਨੁੱਖ ਨੂੰ ਨਿਮਰਤਾ ਅਤੇ ਬਿਨਾਂ ਕਿਸੇ ਵੈਰ ਵਿਰੋਧ ਤੋਂ ਜ਼ਿੰਦਗੀ ਜਿਉਣ ਦੀ ਸਿੱਖਿਆ ਦਿੰਦੇ ਹਨ। ਫਰੀਦਾ ਜਾ ਜੋ ਤੈ ਮਰਨੀ ਮੁਕਿਆ, ਤੀਨਾ ਨਾ ਮਾਰੇ ਘੂਮੀ, ਆਪਣਾ ਕਰੀ ਜਾਈਏ ਪੈਰ ਤਿਨਾਂ ਦੇ ਚੁੰਮੀ। ਇਸੇ ਤਰ੍ਹਾਂ ਹੀ ਉਹ ਮਨੁੱਖ ਨੂੰ ਸਬਰ ਸੰਤੋਖ ਦੀ ਜ਼ਿੰਦਗੀ ਬਤੀਤ ਕਰਨ ਲਈ ਪ੍ਰੇਰਦੇ ਹਨ ਯਾਨੀ ਕਿ ਸਿੱਖਿਆ ਦਿੰਦੇ ਹਨ। ਰੁੱਖੀ ਸੁੱਖੀ ਖਾਈ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖੀ ਪਰਾਈ ਚੋਪੜੀ ਤਰਸਾਈ ਨਾ ਜਿਓ। ਯਾਨੀ ਕਿ ਬਾਬਾ ਜੀ ਦੇ ਸ਼ਲੋਕ ਵੀ ਰੁੱਖੀ ਸੁੱਖੀ ਯਾਨੀ ਕਿ ਜਿਹੜਾ ਕੁਛ ਰੁੱਖੀ ਸੁੱਖੀ ਰੋਟੀ ਸਾਡੇ ਕੋਲ ਖਾਣ ਨੂੰ ਮਿਲਦੀ ਹੈ ਉਹਨੂੰ ਖਾ ਕੇ ਠੰਡਾ ਪਾਣੀ ਪੀਓ। ਯਾਨੀ ਕਿ ਕਹਿਣ ਦਾ ਕੀ ਭਾਵ ਹੈ ਵੀ ਜਿਹੜਾ ਕੁਝ ਮਨੁੱਖ ਕੋਲ ਹੁੰਦਾ ਹੈ ਉਸ ਦੇ ਵਿੱਚ ਹੀ ਉਸ ਨੂੰ ਸੰਤੋਸ਼ ਕਰਨਾ ਚਾਹੀਦਾ ਹੈ। ਅਤੇ ਦੂਜਿਆਂ ਦੀ ਪਰਾਈ ਚੌਪੜੀ ਯਾਨੀ ਕਿ ਦੂਜਿਆਂ ਦੇ ਮਹਿਲ ਧਨ ਦੌਲਤ ਨੂੰ ਵੇਖ ਕੇ ਉਸ ਨੇ ਆਪਣਾ ਮਨ ਨਹੀਂ ਡਿਗਾਉਣਾ ਚਾਹੀਦਾ ਹੈ। ਅਤੇ ਜਿਹੜਾ ਕੁਝ ਉਹਦੇ ਕੋਲ ਹੁੰਦਾ ਹੈ ਉਹਦੇ ਵਿੱਚ ਸਬਰ ਸੰਤੋਸ਼ ਕਰਕੇ ਆਪਣਾ ਜੀਵਨ ਯਾਪਨ ਕਰਨਾ ਚਾਹੀਦਾ ਹੈ। ਸੋ ਬਾਬਾ ਸ਼ੇਖ ਫਰੀਦ ਜੀ ਨੇ 12ਵੀਂ ਸਦੀ ਵਿੱਚ ਮਾਨਵਤਾ ਦੀ ਕਵੀ ਦੇ ਤੌਰ 'ਤੇ ਸਮਾਜੀ ਸੱਭਿਆਚਾਰ ਦਾ ਆਦਰਸ਼ ਮਨੁੱਖ ਸਾਹਮਣੇ ਰੱਖਿਆ ਕਿ ਉਹ ਅਮਲਾਂ ਨਾਲ ਹੀ ਬਿਨਾਂ ਕਿਸੇ ਵੈਰ ਵਿਰੋਧ ਤੇ ਪਰਮਾਤਮਾ ਨਾਲ ਇਕਮਿਕ ਹੋ ਕੇ ਚੰਗੀ ਜ਼ਿੰਦਗੀ ਜਿਉਣੀ ਜਾ ਸਕਦੀ ਹੈ। ਯਾਨੀ ਕਿ ਜੇਕਰ ਅਸੀਂ ਉਸ ਪਰਮਾਤਮਾ ਨੂੰ ਯਾਦ ਕਰਦੇ ਰਹਾਂ ਅਤੇ ਮਿਹਨਤ ਹੱਕ ਹਲਾਲ ਦੀ ਕਮਾਈ ਕਰਕੇ ਖਾਂਦੇ ਹਾਂ ਅਤੇ ਆਪਣਾ ਜੀਵਨ ਬੜਾ ਹੀ ਸੱਚਾ ਅਤੇ ਇੱਕ ਬੜੇ ਪਿਆਰ ਨਾਲ ਆਪਣੇ ਜੀਵਨ ਨੂੰ ਜੀਣ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਨਹੀਂ ਆਏਗੀ। ਵਿੱਚ ਜੀਵਨ ਦੇ ਤੱਤ ਭਰੇ ਦਿੱਤੇ ਹਨ। ਇਹੀ ਕਾਰਨ ਹੈ ਕਿ ਉਹਨਾਂ ਦੇ ਸ਼ਲੋਕਾਂ ਦੀਆਂ ਤੁਕਾਂ ਅਖਾਣਾਂ ਵਾਂਗ ਲੋਕਾਂ ਵਿੱਚ ਪ੍ਰਚਲਿਤ ਹੋ ਗਈਆਂ ਹਨ। ਉਹਨਾਂ ਨੇ ਸਾਰੇ ਸੰਸਾਰ ਦੀ ਜੀਵਾਂ ਨੂੰ ਉੱਚਾ ਜੀਵਨ ਜਿਉਣ ਅਤੇ ਪ੍ਰਭੂ ਭਗਤੀ ਕਰਨ ਵੱਲ ਪ੍ਰੇਰਿਤ ਕੀਤਾ ਹਨ। ਉਹਨਾਂ ਨੇ ਸਾਰੇ ਜੀਵਾਂ ਨੂੰ ਉੱਚਾ ਜੀਵਨ ਜਿਉਣ ਅਤੇ ਪ੍ਰਭੂ ਭਗਤੀ ਕਰਨ ਲਈ ਪ੍ਰੇਰਿਤ ਕੀਤਾ ਹੈ। ਲੋਕਾਈ ਨੂੰ ਸਿੱਧੇ ਰਾਹ ਪਾਉਣ ਵਾਲੀ ਇਸ ਸ਼ਖਸੀਅਤ ਦਾ 1266 ਈਸਵੀ ਵਿੱਚ ਮਿੰਟ ਕੁਮਰੀ ਜ਼ਿਲ੍ਹਾ ਪਾਕਪਟਨ ਵਿੱਚ ਦੇਹਾਂਤ ਹੋ ਜਾਂਦਾ ਹੈ। ਯਾਨੀ ਕਿ ਬਾਬਾ ਸ਼ੇਖ ਫਰੀਦ ਜੀ ਇੱਕ ਮਹਾਨ
ਵਿਅਕਤੀ ਸਨ, ਇੱਕ ਮਹਾਨ ਕਵੀ ਸਨ, ਇੱਕ ਸੂਫੀ ਸੰਤ ਸਨ, ਜਿਨ੍ਹਾਂ ਦਾ ਜਨਮ 1133 ਈਸਵੀ ਵਿੱਚ ਹੁੰਦਾ ਹੈ ਅਤੇ ਇਹਨਾਂ ਦੀ ਮੌਤ ਜਿਹੜੀ ਹੈ ਉਹ 1266 ਵਿੱਚ ਪਿੰਡ ਘੁਮਰੀ, ਜ਼ਿਲ੍ਹਾ ਪਾਕਵਟਨ ਵਿੱਚ ਹੁੰਦੀ ਹੈ। ਅਤੇ ਇਹਨਾਂ ਨੇ ਮਨੁੱਖ ਨੂੰ ਸਿੱਖਿਆ ਦਿੱਤੀ ਹੈ ਕਿ ਆਪਣੀ ਹੱਕ ਹਲਾਲ ਦੀ ਕਮਾਈ ਕਰਕੇ ਖਾਓ ਅਤੇ ਸਭਨ ਜੀਵਾਂ ਨਾਲ ਪਿਆਰ ਕਰਕੇ ਆਪਣਾ ਜੀਵਨ ਯਾਪਨ ਕਰੋ। ਉਹਨਾਂ ਨੇ ਸਾਰੇ ਸੰਸਾਰ ਦੇ ਜੀਵਾਂ ਨੂੰ ਉੱਚਾ ਜੀਵਨ ਜਿਉਣ ਅਤੇ ਪ੍ਰਭੂ ਭਗਤੀ ਕਰਨ ਲਈ ਪ੍ਰੇਰਿਤ ਕੀਤਾ ਹੈ ਕਿ ਸਾਨੂੰ ਆਪਣਾ ਸਾਰਾ ਜੀਵਨ ਪ੍ਰਭੂ ਪਰਮਾਤਮਾ ਦੀ ਭਗਤੀ ਵਿੱਚ ਹੀ ਬਤੀਤ ਕਰਨਾ ਚਾਹੀਦਾ ਹੈ। ਭੁੱਖੇ ਗਰੀਬ ਲੋਕਾਂ ਉੱਤੇ ਜ਼ੁਲਮ ਨਹੀਂ ਕਰਨਾ ਚਾਹੀਦਾ। ਉਹਨਾਂ ਦੀ ਸਹਾਇਤਾ ਕਰਕੇ ਉਹ ਪਰਮਾਤਮਾ ਦੇ ਸਿੱਧੇ ਰਾਹ ਪੈ ਸਕਦੇ ਹਨ ਅਤੇ ਪ੍ਰਭੂ ਪਰਮਾਤਮਾ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਦਾ ਜਿਹੜਾ ਉਦੇਸ਼ ਹੈ ਉਹਨੂੰ ਪੂਰਾ ਕਰ ਸਕਦੇ ਹਨ। ਅਤੇ ਮੈਂ ਉਮੀਦ ਕਰਦਾ ਕਿ ਇਹ ਪਾਠ ਤੁਹਾਨੂੰ ਸਮਝ ਆਇਆ ਹੋਵੇਗਾ ਅਤੇ ਇਹਦੇ ਪ੍ਰਸ਼ਨ ਉੱਤਰ ਅਸੀਂ ਕੱਲ੍ਹ ਨੂੰ ਕਰਾਂਗੇ। ਓਕੇ, ਧੰਨਵਾਦ।